ਬੱਚਿਓ, ਇਸ ਵੀਡੀਓ ਰਾਹੀਂ ਤੁਸੀਂ ਵੱਖ-ਵੱਖ ਕਿਸਮਾਂ ਦੇ ਦਰਪਣਾਂ ਦੀ ਜਾਣਕਾਰੀ ਹਾਸਲ ਕਰੋਗੇ। ਤਾਂ ਆਓ ਸ਼ੁਰੂ ਕਰਦੇ ਹਾਂ। ਸਵੇਰੇ ਸਕੂਲ ਆਉਣ ਤੋਂ ਪਹਿਲਾਂ ਇੱਕ ਵਾਰ ਖੁਦ ਨੂੰ ਸ਼ੀਸ਼ੇ ਵਿੱਚ ਤਾਂ ਜ਼ਰੂਰ ਦੇਖ ਕੇ ਆਉਂਦੇ ਹੋਵੋਗੇ। ਹੁਣ ਤੁਸੀਂ ਇਹ ਸੋਚੋ ਕਿ ਜਦੋਂ ਤੁਸੀਂ ਖੁਦ ਨੂੰ ਸ਼ੀਸ਼ੇ ਵਿੱਚ ਵੇਖਦੇ ਹੋ ਤਾਂ ਕੀ ਤੁਹਾਡਾ ਪ੍ਰਤੀਬਿੰਬ ਹੂਬਹੂ ਤੁਹਾਡੇ ਵਰਗਾ ਹੀ ਨਜ਼ਰ ਆਉਂਦਾ ਹੈ? ਤਾਂ ਜਵਾਬ ਹੈ ਹਾਂ। ਆਪਣੇ ਘਰਾਂ ਵਿੱਚ ਜਿਹੜੇ ਦਰਪਣ ਲੱਗੇ ਹੁੰਦੇ ਹਨ ਉਹਨਾਂ ਨੂੰ ਆਪਾਂ ਪਲੇਨ ਮਿਰਰ ਕਹਿੰਦੇ ਹਾਂ ਜਾਂ ਫਿਰ ਸਮਤਲ ਦਰਪਣ ਕਹਿੰਦੇ ਹਾਂ। ਹੁਣ ਉਹਨਾਂ ਦਰਪਣਾਂ ਤੋਂ ਇਲਾਵਾ ਵੀ ਆਪਣੇ ਕੋਲ ਕਈ ਤਰ੍ਹਾਂ ਦੇ ਦਰਪਣ ਹੁੰਦੇ ਹਨ। ਤਾਂ ਆਪਣੇ ਕੋਲ ਦਰਪਣ ਦੋ ਤਰ੍ਹਾਂ ਦੇ ਹੁੰਦੇ ਹਨ, ਪਲੇਨ ਮਿਰਰ ਯਾਨੀ ਕਿ ਸਮਤਲ ਦਰਪਣ ਅਤੇ ਸਫੈਰੀਕਲ ਮਿਰਰ ਯਾਨੀ ਕਿ ਗੋਲਾਕਾਰ ਦਰਪਣ। ਪਹਿਲਾਂ ਆਪਾਂ ਪਲੇਨ ਮਿਰਰ ਦੇ ਬਾਰੇ ਗੱਲ ਕਰਾਂਗੇ ਤੇ ਫਿਰ ਆਪਾਂ ਸਫੈਰੀਕਲ ਮਿਰਰ ਦੇ ਬਾਰੇ ਗੱਲ ਕਰਾਂਗੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਸਕੂਲ ਆਉਣ ਤੋਂ ਪਹਿਲਾਂ ਜਦੋਂ ਤੁਸੀਂ ਖੁਦ ਸ਼ੀਸ਼ੇ ਵਿੱਚ ਵੇਖਦੇ ਹੋ ਤਾਂ ਤੁਹਾਨੂੰ ਤੁਹਾਡਾ ਪ੍ਰਤੀਬਿੰਬ ਹੂਬਹੂ ਤੁਹਾਡੇ ਵਰਗਾ ਹੀ ਦਿਖਾਈ ਦਿੰਦਾ ਹੋਵੇਗਾ। ਅਜਿਹੇ ਦਰਪਣ ਜਿਨ੍ਹਾਂ ਵਿੱਚ ਤੁਹਾਨੂੰ ਤੁਹਾਡਾ ਪ੍ਰਤੀਬਿੰਬ ਹੂਬਹੂ ਤੁਹਾਡੇ ਵਰਗਾ ਹੀ ਦਿਖਾਈ ਦਿੰਦਾ ਹੈ, ਅਜਿਹੇ ਦਰਪਣਾਂ ਨੂੰ ਆਪਾਂ ਸਮਤਲ ਦਰਪਣ ਕਹਿੰਦੇ ਹਾਂ ਜਾਂ ਫਿਰ ਪਲੇਨ ਮਿਰਰ ਕਹਿੰਦੇ ਹਾਂ। ਇਹਨਾਂ ਨੂੰ ਆਪਾਂ ਪਲੇਨ ਮਿਰਰ ਇਸ ਲਈ ਕਹਿੰਦੇ ਹਾਂ ਕਿਉਂਕਿ ਇਹਨਾਂ ਦੀ ਉਹ ਸਤਹ ਜਿਸ ਵਿੱਚ ਆਪਾਂ ਖੁਦ ਦਾ ਪ੍ਰਤੀਬਿੰਬ ਵੇਖਦੇ ਹਾਂ ਉਹ ਪਲੇਨ ਹੁੰਦਾ ਹੈ ਤੇ ਉਹ ਸਫੈਰੀਕਲ ਮਿਰਰਸ ਦੀ ਤਰ੍ਹਾਂ ਸਫੀਅਰ ਜਾਂ ਫਿਰ ਕਰਵਡ ਨਹੀਂ ਹੁੰਦਾ ਹੈ ਜਾਂ ਗੋਲਾਕਾਰ ਨਹੀਂ ਹੁੰਦਾ ਹੈ। ਤਾਂ ਅਜਿਹੇ ਮਿਰਰ ਜਾਂ ਅਜਿਹੇ ਦਰਪਣ ਜਿਨ੍ਹਾਂ ਦੀ ਸਤਹ ਪਲੇਨ ਹੁੰਦੀ ਹੈ, ਅਜਿਹੇ ਦਰਪਣਾਂ ਨੂੰ ਆਪਾਂ ਪਲੇਨ ਮਿਰਰਸ ਕਹਿੰਦੇ ਹਾਂ ਜਾਂ ਫਿਰ ਸਮਤਲ ਦਰਪਣ ਕਹਿੰਦੇ ਹਾਂ। ਤਾਂ ਹੁਣ ਇਹਨਾਂ ਵਿੱਚ ਕਿਸ ਤਰ੍ਹਾਂ ਦਾ ਪ੍ਰਤੀਬਿੰਬ ਦਿਖਾਈ ਦਿੰਦਾ ਹੈ? ਤਾਂ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਹੂਬਹੂ ਤੁਹਾਡੇ ਵਰਗਾ ਦਿਖਾਈ ਦਿੰਦਾ ਹੈ। ਜਿਵੇਂ ਦੇ ਤੁਸੀਂ ਹੋ, ਜੋ ਤੁਹਾਡਾ ਸਾਈਜ਼ ਹੈ ਉਹੀ ਸਾਈਜ਼ ਤੁਹਾਨੂੰ ਆਪਣੀ ਪ੍ਰਤੀਬਿੰਬ ਦਾ ਨਜ਼ਰ ਆਉਂਦਾ ਹੈ। ਇਸ ਦਾ ਮਤਲਬ ਹੈ ਜੋ ਵੀ ਆਬਜੈਕਟ ਦਾ ਸਾਈਜ਼ ਹੋਵੇਗਾ ਪਲੇਨ ਮਿਰਰ ਦੇ ਵਿੱਚ ਉਸ ਦੀ ਇਮੇਜ ਦਾ ਸਾਈਜ਼ ਵੀ ਉਸ ਦੇ ਹੀ ਬਰਾਬਰ ਹੋਵੇਗਾ, ਨਾ ਛੋਟਾ ਹੋਵੇਗਾ ਨਾ ਵੱਡਾ ਹੋਵੇਗਾ। ਦੂਸਰੀ ਚੀਜ਼, ਤੁਸੀਂ ਸ਼ੀਸ਼ੇ ਤੋਂ ਜਿੰਨੇ ਦੂਰ ਖੜੇ ਹੋਵੋਗੇ ਤੁਹਾਡਾ ਪ੍ਰਤੀਬਿੰਬ ਵੀ ਸ਼ੀਸ਼ੇ ਦੇ ਦੂਜੇ ਪਾਸੇ ਉਨਾ ਹੀ ਦੂਰ ਹੋਵੇਗਾ। ਇਸ ਦਾ ਮਤਲਬ ਹੈ ਕਿ ਉਸ ਦਾ ਜਿਹੜਾ ਡਿਸਟੈਂਸ ਹੈ ਇਮੇਜ ਦਾ ਉਹ ਓਨਾ ਹੀ ਦੂਰ ਹੈ ਸ਼ੀਸ਼ੇ ਤੋਂ ਜਿੰਨਾ ਕਿ ਆਬਜੈਕਟ ਦਾ ਡਿਸਟੈਂਸ ਹੋਵੇਗਾ ਸ਼ੀਸ਼ੇ ਤੋਂ ਅੱਗੇ। ਇਹ ਤੁਸੀਂ ਖੁਦ ਕਰਕੇ ਵੀ ਵੇਖ ਸਕਦੇ ਹੋ। ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਥੋੜਾ ਅੱਗੇ ਪਿੱਛੇ ਹੋ ਕੇ ਵੇਖੋ ਤਾਂ ਤੁਸੀਂ ਇਹ ਵੇਖੋਗੇ ਕਿ ਤੁਹਾਡਾ ਪ੍ਰਤੀਬਿੰਬ ਵੀ ਓਨਾ ਹੀ ਅੱਗੇ ਪਿੱਛੇ ਮੂਵ ਕਰਦਾ ਹੈ। ਤੀਸਰੀ ਚੀਜ਼ ਹੈ ਕਿ ਹਮੇਸ਼ਾ ਜਿਹੜਾ ਪਲੇਨ ਮਿਰਰ ਹੁੰਦਾ ਹੈ ਉਸ ਵਿੱਚ ਤੁਹਾਨੂੰ ਤੁਹਾਡਾ ਪ੍ਰਤੀਬਿੰਬ ਇਰੈਕਟ ਨਜ਼ਰ ਆਉਂਦਾ ਹੈ। ਇਰੈਕਟ ਦਾ ਮਤਲਬ ਸਿੱਧਾ। ਕਿ ਤੁਸੀਂ ਜਦੋਂ ਸ਼ੀਸ਼ੇ ਅੱਗੇ ਖੜੇ ਹੁੰਦੇ ਹੋ ਤਾਂ ਤੁਹਾਨੂੰ ਤੁਹਾਡਾ ਪ੍ਰਤੀਬਿੰਬ ਪੁੱਠਾ ਨਜ਼ਰ ਆਉਂਦਾ ਹੈ ਜਾਂ ਸਿੱਧਾ ਨਜ਼ਰ ਆਉਂਦਾ ਹੈ, ਇਹ ਤੁਸੀਂ ਆਪ ਵੇਖੋ। ਤਾਂ ਤੁਸੀਂ ਇਹ ਵੇਖੋਗੇ ਕਿ ਜਦੋਂ ਵੀ ਤੁਸੀਂ ਪਲੇਨ ਮਿਰਰ ਦੇ ਅੱਗੇ ਖੜੇ ਹੋਵੋਗੇ, ਆਪਣੇ ਘਰ ਦੇ ਸ਼ੀਸ਼ਿਆਂ ਦੇ ਅੱਗੇ ਖੜੇ ਹੋਵੋਗੇ ਤਾਂ ਉਸ ਵਿੱਚ ਤੁਹਾਨੂੰ ਤੁਹਾਡਾ ਪ੍ਰਤੀਬਿੰਬ ਸਿੱਧਾ ਨਜ਼ਰ ਆਊਗਾ। ਜੇ ਤੁਸੀਂ ਕਿਸੇ ਆਬਜੈਕਟ ਨੂੰ ਪੁੱਠਾ ਕਰਕੇ ਰੱਖੋਗੇ ਤਾਂ ਉਸ ਦਾ ਪ੍ਰਤੀਬਿੰਬ ਵੀ ਪੁੱਠਾ ਹੀ ਨਜ਼ਰ ਆਊਗਾ। ਤੇ ਸਭ ਤੋਂ ਜਿਹੜੀ ਅਖੀਰਲੀ ਚੀਜ਼ ਹੈ ਜੋ ਤੁਹਾਨੂੰ ਪਲੇਨ ਮਿਰਰ ਦੇ ਵਿੱਚ ਨਜ਼ਰ ਆਏਗੀ ਉਹ ਹੈ ਲੇਟਰਲੀ ਇਨਵਰਟਿਡ ਇਮੇਜ। ਹੁਣ ਲੇਟਰਲੀ ਇਨਵਰਟਿਡ ਇਮੇਜ ਨੂੰ ਆਪਾਂ ਪਾਸਵਾਂ ਪਰਾਵਰਤਨ ਵੀ ਕਹੀਦਾ ਹੈ। ਪਾਸਵਾਂ ਪਰਾਵਰਤਨ ਦਾ ਮਤਲਬ ਹੈ, ਜਿਵੇਂ ਕਿ ਤੁਸੀਂ ਇਸ ਇਮੇਜ ਵਿੱਚ ਵੇਖ ਸਕਦੇ ਹੋ, ਇਸ ਮੁੰਡੇ ਦੀ ਟੀ-ਸ਼ਰਟ ਦੇ ਉੱਤੇ ਫਿਜ਼ਿਕਸ ਲਿਖਿਆ ਹੈ ਪਰ ਜਿਹੜਾ ਇਸ ਦਾ ਪ੍ਰਤੀਬਿੰਬ ਹੈ ਉਸ ਦੇ ਵਿੱਚ ਜਿਹੜੇ ਲੈਟਰਸ ਨੇ ਉਹ ਇਨਵਰਟ ਹੋ ਗਏ ਨੇ, ਪੁੱਠੇ ਹੋ ਕੇ ਨਜ਼ਰ ਆ ਰਹੇ ਹਨ। ਇਹ ਤੁਸੀਂ ਖੁਦ ਵੀ ਕਰਕੇ ਵੇਖ ਸਕਦੇ ਹੋ। ਕੋਈ ਵੀ ਚੀਜ਼ ਨੂੰ ਲਿਖ ਕੇ ਇੱਕ ਪੇਜ ਦੇ ਉੱਤੇ ਉਸ ਨੂੰ ਸ਼ੀਸ਼ੇ ਦੇ ਅੱਗੇ ਰੱਖੋ ਤਾਂ ਤੁਸੀਂ ਇਹ ਵੇਖੋਗੇ ਕਿ ਜੋ ਵੀ ਤੁਹਾਡਾ ਲਿਖਿਆ ਹੋਇਆ ਅਕਸ਼ਰ ਹੈ ਉਹ ਸ਼ੀਸ਼ੇ ਦੇ ਵਿੱਚ ਪੁੱਠਾ ਨਜ਼ਰ ਆਉਂਦਾ ਹੈ। ਅਜਿਹੇ ਪ੍ਰਤੀਬਿੰਬ ਨੂੰ ਆਪਾਂ ਪਾਸਵਾਂ ਪਰਾਵਰਤਨ ਕਹਿੰਦੇ ਹਾਂ ਜਾਂ ਫਿਰ ਲੇਟਰਲੀ ਇਨਵਰਟਿਡ ਇਮੇਜ ਕਹਿੰਦੇ ਹਾਂ। ਤਾਂ ਇਹ ਤਾਂ ਗੱਲ ਹੋ ਗਈ ਪਲੇਨ ਮਿਰਰਸ ਦੀ। ਹੁਣ ਆਪਾਂ ਦੂਸਰੇ ਤਰ੍ਹਾਂ ਦੇ ਮਿਰਰਸ ਵੱਲ ਜਾਂਦੇ ਹਾਂ ਜਿਨ੍ਹਾਂ ਨੂੰ ਆਪਾਂ ਸਫੈਰੀਕਲ ਮਿਰਰਸ ਕਹਿੰਦੇ ਹਾਂ ਜਾਂ ਫਿਰ ਗੋਲਾਕਾਰ ਦਰਪਣ ਕਹਿੰਦੇ ਹਾਂ। ਇਹ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ, ਗੋਲਾਕਾਰ ਦਰਪਣ ਮਤਲਬ ਅਜਿਹੇ ਦਰਪਣ ਜਿਨ੍ਹਾਂ ਦੀ ਜਿਹੜੀ ਸਤਹ ਜਿਹਦੇ ਉੱਤੇ ਆਪਣਾ ਪ੍ਰਤੀਬਿੰਬ ਬਣਦਾ ਹੈ ਉਹ ਗੋਲਾਕਾਰ ਸਤਹ ਹੁੰਦੀ ਹੈ। ਹੁਣ ਆਪਣੇ ਕੋਲ ਗੋਲਾਕਾਰ ਦਰਪਣ ਵੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਹੁੰਦੇ ਨੇ ਕਨਕੇਵ ਮਿਰਰ ਤੇ ਇੱਕ ਹੁੰਦੇ ਨੇ ਕਨਵੈਕਸ ਮਿਰਰ। ਇਸ ਦੀ ਬੜੀ ਹੀ ਵਧੀਆ ਉਦਾਹਰਣ ਤੁਹਾਡੇ ਘਰਾਂ ਦੇ ਵਿੱਚ ਹੀ ਹੈ। ਇੱਕ ਚਮਚ ਲਵੋ ਅਤੇ ਉਸ ਦੇ ਵਿੱਚ ਖੁਦ ਨੂੰ ਵੇਖੋ। ਆਪਾਂ ਇੱਥੇ ਵੀ ਵੇਖਦੇ ਹਾਂ, ਜਿਵੇਂ ਕਿ ਇਸ ਚਮਚ ਦੇ ਵਿੱਚ ਨਜ਼ਰ ਆ ਰਿਹਾ ਹੈ
ਜਦੋਂ ਆਪਾਂ ਚਮਚ ਦਾ ਸਿੱਧਾ ਪਾਸਾ ਆਪਣੇ ਵੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਆਪਾਂ ਨੂੰ ਆਪਣਾ ਪ੍ਰਤੀਬਿੰਬ ਉਲਟਾ ਨਜ਼ਰ ਆਉਂਦਾ ਹੈ। ਚਮਚ ਦੀ ਉਹ ਸਤਹ ਜਿਹੜੀ ਕਿ ਡੂੰਘੀ ਹੈ, ਜਿਹੜੀ ਕਿ ਅੰਦਰ ਨੂੰ ਡੂੰਘਾਈ ਵਿੱਚ ਹੈ, ਜਦੋਂ ਉਸ ਦੇ ਵਿੱਚ ਤੁਸੀਂ ਖੁਦ ਨੂੰ ਵੇਖੋਗੇ ਤਾਂ ਤੁਹਾਨੂੰ ਤੁਹਾਡਾ ਪ੍ਰਤੀਬਿੰਬ ਉਲਟਾ ਨਜ਼ਰ ਆਊਗਾ। ਇਸ ਨੂੰ ਕਰਕੇ ਵੇਖੋ ਅਤੇ ਜਾਣੋ। ਤਾਂ ਇਸ ਤਰ੍ਹਾਂ ਦੇ ਜਿਹੜੇ ਦਰਪਣ ਹਨ ਜਿਨ੍ਹਾਂ ਦੇ ਵਿੱਚ ਤੁਹਾਨੂੰ ਤੁਹਾਡਾ ਪ੍ਰਤੀਬਿੰਬ ਉਲਟਾ ਨਜ਼ਰ ਆਉਂਦਾ ਹੈ ਅਤੇ ਤੁਹਾਡੇ ਸਾਈਜ਼ ਨਾਲੋਂ ਵੱਡਾ ਨਜ਼ਰ ਆਉਂਦਾ ਹੈ, ਅਜਿਹੇ ਦਰਪਣ ਨੂੰ ਆਪਾਂ ਕਨਕੇਵ ਮਿਰਰ ਕਹਿੰਦੇ ਹਾਂ ਜਾਂ ਫਿਰ ਅਵਤਲ ਦਰਪਣ ਕਹਿੰਦੇ ਹਾਂ। ਤਾਂ ਚਮਚ ਇਸ ਦੀ ਇੱਕ ਬੜੀ ਹੀ ਵਧੀਆ ਉਦਾਹਰਣ ਹੈ। ਤੁਸੀਂ ਇਸ ਨੂੰ ਖੁਦ ਵੀ ਕਰਕੇ ਵੇਖ ਸਕਦੇ ਹੋ। ਇੱਕ ਚਮਚ ਲਵੋ ਅਤੇ ਉਸ ਦੇ ਡੂੰਘੇ ਵਾਲੇ ਪਾਸੇ ਦੇ ਵਿੱਚ ਆਪਣਾ ਪ੍ਰਤੀਬਿੰਬ ਦੇਖਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਪ੍ਰਤੀਬਿੰਬ ਨਜ਼ਰ ਆਊਗਾ ਜਿਹੜਾ ਕਿ ਸਾਈਜ਼ ਦੇ ਵਿੱਚ ਵੱਡਾ ਹੋਊਗਾ ਅਤੇ ਤੁਹਾਨੂੰ ਉਸ ਦੇ ਵਿੱਚ ਆਪਣੀ ਇਮੇਜ ਪੁੱਠੀ ਨਜ਼ਰ ਆਊਗੀ। ਅਜਿਹੀ ਇਮੇਜ ਨੂੰ ਆਪਾਂ ਇਨਵਰਟਿਡ ਇਮੇਜ ਕਹਿੰਦੇ ਹਾਂ। ਤਾਂ ਅਜਿਹਾ ਦਰਪਣ ਜਿੰਦੇ ਵਿੱਚ ਤੁਹਾਨੂੰ ਤੁਹਾਡੀ ਇਮੇਜ ਮੈਗਨੀਫਾਈਡ ਯਾਨੀ ਕਿ ਵੱਡੀ ਹੋ ਕੇ ਨਜ਼ਰ ਆਉਂਦੀ ਹੈ, ਅਜਿਹੇ ਦਰਪਣ ਨੂੰ ਆਪਾਂ ਕਨਕੇਵ ਮਿਰਰ ਜਾਂ ਫਿਰ ਅਵਤਲ ਦਰਪਣ ਕਹਿੰਦੇ ਹਾਂ। ਦੂਸਰੇ ਤਰ੍ਹਾਂ ਦਾ ਗੋਲਾਕਾਰ ਦਰਪਣ ਹੈ ਕਨਵੈਕਸ ਮਿਰਰ। ਹੁਣ ਇਹ ਵੀ ਆਪਾਂ ਨੂੰ ਚਮਚ ਵਿੱਚ ਹੀ ਦੇਖਣ ਨੂੰ ਮਿਲੇਗਾ। ਕਨਵੈਕਸ ਮਿਰਰ ਨੂੰ ਵੇਖਣ ਦੇ ਵਾਸਤੇ ਚਮਚ ਨੂੰ ਪੁੱਠਾ ਕਰ ਲਵੋ ਅਤੇ ਹੁਣ ਉਸ ਦੇ ਵਿੱਚ ਆਪਣਾ ਪ੍ਰਤੀਬਿੰਬ ਦੇਖਣ ਦੀ ਕੋਸ਼ਿਸ਼ ਕਰੋ ਤਾਂ ਤੁਸੀਂ ਇਹ ਵੇਖੋਗੇ ਕਿ ਚਮਚ ਦੀ ਉਹ ਸਤਹ ਜਿਹੜੀ ਕਿ ਬਾਹਰਲੇ ਪਾਸੇ ਨੂੰ ਉੱਭਰੀ ਹੋਈ ਹੈ, ਉਸ ਸਤਹ ਵਿੱਚ ਜਦੋਂ ਤੁਸੀਂ ਆਪਣਾ ਪ੍ਰਤੀਬਿੰਬ ਦੇਖਦੇ ਹੋ ਤਾਂ ਉਸ ਸਤਹ ਦੇ ਵਿੱਚ ਤੁਹਾਨੂੰ ਆਪਣਾ ਪ੍ਰਤੀਬਿੰਬ ਛੋਟੇ ਆਕਾਰ ਦਾ ਅਤੇ ਦੂਰ ਦਾ ਨਜ਼ਰ ਆਊਗਾ। ਛੋਟਾ ਹੋਊਗਾ ਅਤੇ ਸਿੱਧਾ ਹੋਊ ਤੇ ਦੂਰ ਦਾ ਨਜ਼ਰ ਆਊਗਾ। ਅਜਿਹੇ ਦਰਪਣ ਨੂੰ ਆਪਾਂ ਕਨਵੈਕਸ ਮਿਰਰ ਜਾਂ ਫਿਰ ਉੱਤਲ ਦਰਪਣ ਕਹਿੰਦੇ ਹਾਂ। ਹੁਣ ਆਪਾਂ ਗੋਲਾਕਾਰ ਦਰਪਣ ਦੀਆਂ ਥੋੜ੍ਹੀਆਂ ਜਿਹੀਆਂ ਹੋਰ ਐਗਜ਼ਾਮਪਲਸ ਦੇ ਬਾਰੇ ਗੱਲ ਕਰਾਂਗੇ। ਜਿਵੇਂ ਕਿ ਜੇ ਤੁਸੀਂ ਕਦੇ ਦੰਦਾਂ ਵਾਲੇ ਡਾਕਟਰ ਕੋਲ ਗਏ ਹੋਵੋ ਤਾਂ ਤੁਸੀਂ ਦੇਖਿਆ ਹੋਵੇਗਾ ਇੱਕ ਸ਼ੀਸ਼ੇ ਦਾ ਇਸਤੇਮਾਲ ਕਰਦਾ ਹੈ ਤੁਹਾਡੇ ਦੰਦਾਂ ਨੂੰ ਵੇਖਣ ਵਾਸਤੇ। ਤਾਂ ਉਹ ਜਿਸ ਸ਼ੀਸ਼ੇ ਦਾ ਇਸਤੇਮਾਲ ਕਰਦਾ ਹੈ ਉਹ ਇੱਕ ਕਨਕੇਵ ਮਿਰਰ ਹੁੰਦਾ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਅਵਤਲ ਦਰਪਣ ਦੇ ਵਿੱਚ ਆਪਾਂ ਨੂੰ ਆਪਣਾ ਪ੍ਰਤੀਬਿੰਬ ਮੈਗਨੀਫਾਈਡ ਨਜ਼ਰ ਆਉਂਦਾ ਹੈ। ਇਸ ਲਈ ਜਿਹੜਾ ਦੰਦਾਂ ਵਾਲਾ ਡਾਕਟਰ ਹੈ ਉਹ ਕਨਕੇਵ ਮਿਰਰ ਯੂਜ਼ ਕਰਦਾ ਹੈ ਕਿ ਉਹਨੂੰ ਤੁਹਾਡੇ ਦੰਦ ਚੰਗੀ ਤਰ੍ਹਾਂ ਨਜ਼ਰ ਆਉਣ। ਇਸ ਤਰ੍ਹਾਂ ਹੀ ਜੇ ਤੁਸੀਂ ਟਾਰਚ ਵੇਖੀ ਹੋਵੇ ਤਾਂ ਟਾਰਚ ਦੇ ਅੰਦਰਲੇ ਪਾਸੇ ਜਿਹੜਾ ਸ਼ੀਸ਼ਾ ਲੱਗਾ ਹੁੰਦਾ ਹੈ ਉਹ ਇੱਕ ਕਨਕੇਵ ਮਿਰਰ ਹੁੰਦਾ ਹੈ। ਜਾਂ ਕਾਰ ਦੀਆਂ ਹੈਡਲਾਈਟਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਸ਼ੀਸ਼ਾ ਲੱਗਾ ਹੁੰਦਾ ਹੈ ਉਹ ਵੀ ਕਨਕੇਵ ਮਿਰਰ ਹੁੰਦਾ ਹੈ। ਆਓ ਹੁਣ ਕਨਵੈਕਸ ਮਿਰਰ ਦੀ ਇੱਕ ਐਗਜ਼ਾਮਪਲ ਦੇ ਬਾਰੇ ਗੱਲ ਕਰਦੇ ਹਾਂ। ਕਾਰਾਂ ਦੇ ਪਾਸੇ ਉੱਤੇ ਲੱਗੇ ਹੋਏ ਸ਼ੀਸ਼ੇ ਜਿਹੜੇ ਹੁੰਦੇ ਹਨ ਉਹ ਕਨਵੈਕਸ ਮਿਰਰ ਦੀ ਐਗਜ਼ਾਮਪਲ ਹੁੰਦੇ ਹਨ। ਤੁਸੀਂ ਦੇਖਿਆ ਹੀ ਹੋਵੇ ਉਹ ਸ਼ੀਸ਼ਿਆਂ ਦੇ ਵਿੱਚ ਪ੍ਰਤੀਬਿੰਬ ਨਜ਼ਰ ਆਉਂਦਾ ਹੈ ਉਹ ਦੂਰ ਨਜ਼ਰ ਆਉਂਦਾ ਹੈ ਤੇ ਛੋਟਾ ਨਜ਼ਰ ਆਉਂਦਾ ਹੈ। ਤਾਂ ਅਜਿਹੇ ਦਰਪਣ ਜਿਨ੍ਹਾਂ ਦੇ ਵਿੱਚ ਪ੍ਰਤੀਬਿੰਬ ਛੋਟਾ ਨਜ਼ਰ ਆਉਂਦਾ ਹੈ ਤਾਂ ਅਜਿਹੇ ਦਰਪਣ ਨੂੰ ਆਪਾਂ ਕਨਵੈਕਸ ਮਿਰਰ ਯਾਨੀ ਕਿ ਉੱਤਲ ਦਰਪਣ ਕਹਿੰਦੇ ਹਾਂ। ਇਹ ਸਨ ਆਪਣੇ ਕੋਲ ਦਰਪਣਾਂ ਦੀਆਂ ਕਿਸਮਾਂ।